Hello everyone, my name is Sarabjit Singh, vocational trainer, physical education and sports at Government Senior Secondary School Dhaliwal Bait, Kapurthala। ਅਸੀਂ NSQF यानी कि नैशनल स्किल कुआलीफिकेशन फ्रेमवर्क ਦੇ ਅੰਦਰ ਕੰਮ ਕਰ ਰਹੇ ਵੋਕੇਸ਼ਨਲ ਟ੍ਰੇਨਰ, ਜੋ ਕਿ ਭਾਰਤ ਸਰਕਾਰ ਦੁਆਰਾ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ਵੱਖ-ਵੱਖ ਟ੍ਰੇਡਾਂ ਦੇ ਵਿੱਚ ਇਹ ਪ੍ਰੋਜੈਕਟ ਚੱਲ ਰਿਹਾ ਹੈ। ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਪਿਛਲੀ ਵੀਡੀਓ ਵਿੱਚ ਦੱਸ ਚੁੱਕੇ ਹਾਂ ਕਿ ਇਹਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਟ੍ਰੇਡਸ ਚੱਲ ਰਹੇ ਨੇ। ਉਹਨਾਂ ਵਿੱਚੋਂ ਇੱਕ ਟ੍ਰੇਡ ਹੈ ਫਿਜ਼ੀਕਲ ਐਜੂਕੇਸ਼ਨ ਐਂਡ ਸਪੋਰਟਸ। ਫਿਜ਼ੀਕਲ ਐਜੂਕੇਸ਼ਨ ਐਂਡ ਸਪੋਰਟਸ ਇੱਕ ਬਹੁਤ ਹੀ ਮਹੱਤਵਪੂਰਨ ਵਿਸ਼ਾ ਹੈ, ਜੋ ਕਿ ਇੱਕ ਬਹੁਤ ਮਨੋਰੰਜਕ ਭਰਿਆ ਅਤੇ ਜਾਣਕਾਰੀ ਭਰਪੂਰ ਹੈ। ਇਸ ਵਿੱਚ ਵਿਦਿਆਰਥੀ ਫਿਜ਼ੀਕਲ ਐਜੂਕੇਸ਼ਨ ਅਤੇ ਖੇਡਾਂ ਦਾ ਗਿਆਨ ਪ੍ਰਾਪਤ ਕਰਦੇ ਹਨ ਅਤੇ ਉਸ ਵਿੱਚ ਵੱਖ-ਵੱਖ ਖੇਡਾਂ ਦੀਆਂ ਸਕਿੱਲ ਉਹਨਾਂ ਦੀ ਜਾਣਕਾਰੀ ਲੈਂਦੇ ਹਨ ਅਤੇ ਉਹਨਾਂ ਸਕਿੱਲਾਂ ਨੂੰ ਗਰਾਊਂਡ ਦੇ ਵਿੱਚ ਜਾ ਕੇ ਇਸਤੇਮਾਲ ਕਰਦੇ ਹਨ। ਅੱਜ ਦਾ ਜੋ ਮੇਰਾ ਵਿਸ਼ਾ ਹੈ ਉਹ ਹੈ ਅਸੈਸਮੈਂਟ ਆਫ ਸਟੂਡੈਂਟਸ। ਇਹਦੇ ਬਾਰੇ ਅਸੀਂ ਅੱਜ ਜਾਣਕਾਰੀ ਲਵਾਂਗੇ ਅਤੇ ਇਹਦੇ ਉੱਤੇ ਵਿਚਾਰ ਪੇਸ਼ ਕਰਾਂਗੇ। ਅਸੈਸਮੈਂਟ ਕੀ ਹੁੰਦੀ ਹੈ? ਅਸੈਸਮੈਂਟ ਇੱਕ ਯਾਨੀ ਕਿ ਇਹਨੂੰ ਪੰਜਾਬੀ ਵਿੱਚ ਕਹਾਂਗੇ ਮੁਲਾਂਕਣ। ਅਸੈਸਮੈਂਟ ਦਾ ਮਤਲਬ ਹੁੰਦਾ ਹੈ ਮੁਲਾਂਕਣ। ਮੁਲਾਂਕਣ ਇੱਕ ਇਹੋ ਜਿਹੀ ਪ੍ਰਕਿਰਿਆ ਵਾ ਜਿਸ ਦੇ ਦੁਆਰਾ ਅਸੀਂ ਕਿਸੇ ਵੀ ਖੇਤਰ ਵਿੱਚ ਕੀਤਾ ਜਾਂਦਾ ਕੰਮ, ਉਸ ਦੇ ਉਦੇਸ਼ ਅਤੇ ਉਸ ਦੇ ਟੀਚਿਆਂ ਨੂੰ ਪ੍ਰਾਪਤ ਕਰਦੇ ਹਾਂ। ਮੁਲਾਂਕਣ ਇੱਕ ਵਿਆਪਕ ਸ਼ਬਦ ਹੈ ਜਿਸ ਵਿੱਚ ਟੈਸਟਿੰਗ ਸ਼ਾਮਲ ਹੈ। ਵੱਖ-ਵੱਖ ਤਰੀਕਿਆਂ ਨਾਲ ਜੋ ਵੀ ਬੱਚਿਆਂ ਨੂੰ ਸਾਰੇ ਸਾਲ ਵਿੱਚ ਜਾਂ ਕੋਈ ਵੀ ਸਬਜੈਕਟ ਹੈ ਉਸ ਦੀ ਜੋ ਵੀ ਤਿਆਰੀ ਕਰਵਾਈ ਗਈ ਹੈ ਉਸ ਨੂੰ ਅਸੀਂ ਅਸੈਸ ਕਰਦੇ ਹਾਂ। ਅਖੀਰ ਵਿੱਚ ਉਸ ਨੂੰ ਵੱਖ-ਵੱਖ ਤਰੀਕਿਆਂ ਨਾਲ ਮੁਲਾਂਕਣ ਕਰਦੇ ਹਨ ਕਿ ਉਸ ਵਿਸ਼ੇ ਵਿੱਚ ਜੋ ਬੱਚਾ ਹੈ ਜਾਂ ਸਟੂਡੈਂਟ ਹੈ, ਕੋਈ ਵੀ ਹੈ, ਉਸਨੇ ਕਿੰਨੀ ਕੁ ਮੁਹਾਰਤ ਹਾਸਲ ਕੀਤੀ ਹੈ। ਮੁਲਾਂਕਣ ਦਾ ਵਿਸ਼ੇਸ਼ ਰੂਪ ਪ੍ਰੀਖਣ ਮੁਲਾਂਕਣ ਦੇ ਸਿਧਾਂਤਾਂ ਦੇ ਵਿਸ਼ਲੇਸ਼ਣ ਕੀਤਾ ਜਾਂਦਾ ਹੈ। ਖਾਸ ਕਰਕੇ ਉਹਨਾਂ ਵਿਸ਼ਲੇਸ਼ਣਾਂ ਦਾ ਪ੍ਰਬੰਧਨ ਕੀਤਾ ਜਾ ਸਕੇ, ਇਸ ਨੂੰ ਅਸੀਂ ਅਸੈਸਮੈਂਟ ਕਹਿੰਦੇ ਹਾਂ। ਅਸੈਸਮੈਂਟ ਮੁਲਾਂਕਣ ਕਰਨ ਦਾ ਇੱਕ ਵਿਦਿਆਰਥੀ ਲਈ ਬਹੁਤ ਜ਼ਰੂਰੀ ਹੈ। ਵਿਦਿਆਰਥੀਆਂ ਨੂੰ ਵੇਖਣਾ ਪੈਂਦਾ ਹੈ ਕਿ ਉਸ ਦੇ ਮਾਤਰਤ ਗੁਣਾਤਮਕ ਕਿੰਨੇ ਕੁ ਅੰਕੜੇ ਹਾਸਲ ਕੀਤੇ ਹਨ ਅਤੇ ਉਹਨਾਂ ਦੀਆਂ ਜਿੰਨੀਆਂ ਪ੍ਰਕਿਰਿਆਵਾਂ ਹਨ ਉਹਨਾਂ ਦਾ ਕਿਸ ਤਰ੍ਹਾਂ ਅਧਿਐਨ ਕੀਤਾ ਹੈ। ਸਿਖਲਾਈ ਦੇ ਪ੍ਰਕਿਰਿਆ ਦੇ ਵੱਖਰੇ ਹਿੱਸੇ ਹਨ, ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ। ਗੈਦਰਿੰਗ ਆਫ ਡਾਟਾ, ਯਾਨੀ ਕਿ ਆਪਾਂ ਜੋ ਵੀ ਚੀਜ਼ ਕਿਸੇ ਵੀ ਚੀਜ਼ ਦੀ ਅਸੈਸਮੈਂਟ ਕਰਨੀ ਹੈ ਉਹਦੇ ਲਈ ਸਾਨੂੰ ਇੱਕ ਡਾਟਾ ਇਕੱਠਾ ਕਰਨਾ ਪਏਗਾ ਤਾਂ ਜੋ ਵੀ ਚੀਜ਼, ਜੋ ਵੀ ਸਬਜੈਕਟ ਅਸੀਂ ਪੜ੍ਹਾ ਰਹੇ ਹਾਂ, ਜੋ ਵੀ ਕੁਛ ਅਸੀਂ ਕਰਵਾ ਰਹੇ ਹਾਂ, ਉਸ ਟੌਪਿਕ ਦੇ ਰਿਲੇਟਡ ਸਾਡੇ ਕੋਲ ਡਾਟਾ ਇਕੱਠਾ ਕਰਨਾ ਹੁੰਦਾ ਹੈ, ਜੋ ਵੀ ਬੱਚਿਆਂ ਨੂੰ ਅਸੀਂ ਸਿਖਾਇਆ ਹੈ ਉਹਦੇ ਪ੍ਰਤੀ। ਉਸ ਤੋਂ ਬਾਅਦ ਐਨਾਲਾਈਜ਼ਿੰਗ ਡਾਟਾ, ਉਹਦਾ ਐਨਾਲਾਈਜ਼
ਕਰਨਾ ਹੁੰਦਾ ਹੈ, ਯਾਨੀ ਕਿ ਡਾਟੇ ਦਾ ਵਿਸ਼ਲੇਸ਼ਣ ਕਰਨਾ। ਕੋਈ ਵੀ ਆ, ਜਿਸ ਤਰ੍ਹਾਂ ਅਸੀਂ ਐਗਜ਼ਾਮਪਲ ਲੈ ਲੈਂਦੇ ਹਾਂ, ਸਪੋਜ਼ ਕਰੋ ਅਸੀਂ ਕੋਈ ਵੀ ਟੂਰਨਾਮੈਂਟ ਦਾ ਮੈਚ ਦੇਖਦੇ ਹਾਂ, ਜਾਂ ਕ੍ਰਿਕਟ ਲਾ ਲਓ, ਵਾਲੀਬਾਲ ਲਾ ਲਓ। ਜਿਸ ਤਰ੍ਹਾਂ ਆਪਾਂ ਐਗਜ਼ਾਮਪਲ ਦੇ ਦਿੰਦੇ ਹਾਂ ਕ੍ਰਿਕਟ ਦੀ ਖੇਡ ਦੀ। ਕ੍ਰਿਕਟ ਦੀ ਖੇਡ ਤੋਂ ਪਹਿਲਾਂ 4th ਅੰਪਾਇਰ ਨਾਂ ਦਾ ਇੱਕ ਪ੍ਰੋਗਰਾਮ ਆਉਂਦਾ। ਜਦੋਂ ਮੈਚ ਸ਼ੁਰੂ ਹੋਣਾ ਹੈ, ਉਹਦੇ ਉੱਤੇ 4-5 ਆਦਮੀ ਬੈਠੇ ਹੁੰਦੇ ਹਨ। ਉਹ ਮੈਚ ਦੇ ਅਖੀਰ ਦੇ ਵਿੱਚ ਜੋ ਵੀ ਮੈਚ ਵਿੱਚ ਖੇਡਿਆ ਗਿਆ, ਜੋ ਗਲਤੀਆਂ ਕਿਸੇ ਟੀਮ ਵਿੱਚ ਖਾਮੀਆਂ ਪਾਈਆਂ ਗਈਆਂ, ਜਾਂ ਜੋ ਵੀ ਹੈ, ਮਤਲਬ ਉਸ ਕਿਸ ਤਰ੍ਹਾਂ ਕਰ ਸਕਦੇ ਸੀ ਕਿ ਟੀਮ ਨੂੰ ਜਿੱਤ ਹਾਸਲ ਹੋ ਸਕਦੀ ਸੀ, ਜਾਂ ਕੀ ਕਰ ਸਕਦੇ, ਕੀ ਚੇਂਜ ਲਿਆਂਦੀ ਜਾਂਦੀ ਸੀ, ਕਿਸ ਟਾਈਮ 'ਤੇ ਕਿਹੜੇ ਬੋਲਰ ਦਾ ਇਸਤੇਮਾਲ, ਜਾਂ ਕਿਸ ਟਾਈਮ 'ਤੇ ਕਿਹੜੇ ਬੈਟਸਮੈਨ ਦਾ ਇਸਤੇਮਾਲ ਕਰਨਾ। ਅਗਰ ਉਹ ਸਾਰੀਆਂ ਚੀਜ਼ਾਂ ਨੂੰ ਅਸੀਂ ਵੇਖਦੇ ਹਾਂ, ਉਹਦੇ ਬਾਰੇ ਜ਼ਿਕਰ ਕਰਦੇ ਹਾਂ, ਡਿਸਕਸ ਕਰਦੇ ਹਾਂ, ਤਾਂ ਉਹਨੂੰ ਆਪਾਂ ਐਨਾਲਾਈਜ਼ ਕਹਿੰਦੇ ਹਾਂ। ਸੋ ਅਸੀਂ ਉਹ ਸਾਰਾ ਡਾਟਾ ਜੋ ਵੀ ਅਸੀਂ ਸਿਖਾਇਆ ਹੈ ਉਸ ਨੂੰ ਐਨਾਲਾਈਜ਼ ਕਰਨਾ। ਉਸ ਤੋਂ ਬਾਅਦ ਇੰਟਰਪ੍ਰੀਟਿੰਗ ਡਾਟਾ, ਇਹਦਾ ਮਤਲਬ ਹੈ ਡਾਟੇ ਦੀ ਵਿਆਖਿਆ ਕਰਨਾ। ਇਹ ਸੇਮ ਹੀ ਹੋ ਗਈ ਜਿਸ ਤਰ੍ਹਾਂ ਆਪਾਂ ਕਹਿੰਦੇ, ਮਤਲਬ ਜੋ ਵੀ ਆ ਅਸੀਂ ਡਾਟਾ ਇਕੱਠਾ ਕੀਤਾ, ਜਾਂ ਬੱਚਿਆਂ ਨੂੰ ਸਿਖਾਇਆ, ਜਾਂ ਬੱਚਿਆਂ ਕੋਲ ਰਿਸੀਵ ਕੀਤਾ, ਜੋ ਟੈਸਟ ਪ੍ਰਕਿਰਿਆ ਹੋਈ, ਕੁਛ ਵੀ ਹੋਇਆ, ਜੋ ਵੀ ਅਸੈਸਮੈਂਟ ਹੋਈ, ਉਹਦਾ ਜੋ ਵੀ ਆ ਉਸ ਦੀ ਸਾਰੀ ਵਿਆਖਿਆ ਕਰਨੀ। ਇਹ ਸਭ ਕੁਛ ਅਸੈਸਮੈਂਟ ਦੇ ਵਿੱਚ ਆਉਂਦਾ ਹੈ। ਇਸ ਤੋਂ ਅੱਗੇ ਅਸੀਂ ਦੇਖਦੇ ਹਾਂ ਵਾਈ ਡੂ ਵੀ ਅਸੈਸ ਸਟੂਡੈਂਟ ਲਰਨਿੰਗ। ਅਸੀਂ ਬੱਚਿਆਂ ਦਾ ਮੁਲਾਂਕਣ ਕਿਉਂ ਕਰਦੇ ਹਾਂ? ਕਿਉਂਕਿ ਇਸ ਦੇ ਵੱਖਰੇ ਵੱਖਰੇ ਬੈਨੀਫਿਟ ਹਨ। ਕਿਹਨੂੰ ਬੈਨੀਫਿਟ ਹਨ ਅਤੇ ਕਿਉਂ ਹਨ? ਕਿਉਂ ਅਸੈਸਮੈਂਟ ਆਪਾਂ ਕੰਡਕਟ ਕਰਦੇ ਹਾਂ? ਟੀਚਰਸ, ਸਭ ਤੋਂ ਪਹਿਲਾਂ ਟੀਚਰਸ ਜੋ ਬੱਚਿਆਂ ਨੂੰ ਸਿਖਾਉਂਦਾ ਹੈ, ਉਸ ਤੋਂ ਬਾਅਦ ਵਿੱਚ ਬੱਚਿਆਂ ਦਾ ਫੀਡਬੈਕ ਲੈਂਦਾ ਹੈ। ਜਿਸ ਤਰ੍ਹਾਂ ਕਿ ਆਪਾਂ ਪਿਛਲੀ ਵਾਰ ਟੀਚਿੰਗ ਐਂਡ ਲਰਨਿੰਗ ਦੇ ਵਿੱਚ ਅਸੀਂ ਦੱਸਦੇ ਹਾਂ ਕਿ ਬੱਚਿਆਂ ਨੂੰ ਜੋ ਸਿਖਾਇਆ ਗਿਆ, ਤਾਂ ਜੋ ਬੱਚਾ ਸਿੱਖਦਾ ਹੈ ਤਾਂ ਉਸਦਾ ਫੀਡਬੈਕ ਮਿਲਦਾ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਸਟੂਡੈਂਟਸ ਨੂੰ ਵੀ, ਬੱਚਿਆਂ ਨੂੰ, ਸਟੂਡੈਂਟਸ ਨੂੰ ਜੋ ਸਿੱਖਿਆ ਹੈ ਉਹ ਸਟੂਡੈਂਟ ਕੋ ਪੁੱਛਿਆ ਜਾਂਦਾ ਹੈ। ਉਸ ਤੋਂ ਬਾਅਦ ਪੇਰੈਂਟਸ ਆ ਜਾਂਦੇ ਹਨ। ਪੇਰੈਂਟਸ ਨੂੰ ਰਿਪੋਰਟ, ਜਿਸ ਤਰ੍ਹਾਂ ਆਪਾਂ ਦਿੰਦੇ ਹਾਂ ਕਿ ਪੇਰੈਂਟਸ ਕਿਸ ਤਰ੍ਹਾਂ ਬੱਚਿਆਂ ਦਾ ਸਕੂਲ ਆ ਕੇ ਰਿਪੋਰਟ ਮੰਗਦਾ ਹੈ, ਜਾਂ ਪੇਰੈਂਟਸ ਨੂੰ ਇਨਫੋਰਮ ਕੀਤਾ ਜਾਂਦਾ ਹੈ ਕਿ ਇਹ ਕੰਮ ਕਿਸ ਤਰ੍ਹਾਂ ਮਤਲਬ ਬੱਚੇ ਕਰ ਰਹੇ ਹਨ, ਬੱਚਿਆਂ ਦੀ ਕੀ ਪ੍ਰੋਗਰੈਸ ਹੈ, ਕਿੱਥੇ ਖਾਮੀਆਂ ਹਨ, ਕੀ ਹੈ, ਉਹ ਸਾਰਾ ਕੁਛ। ਇਸ ਤੋਂ ਬਾਅਦ ਹੈੱਡ ਆਫ ਡਿਪਾਰਟਮੈਂਟਸ ਨੂੰ ਬੈਨੀਫਿਟਸ ਹੈਗਾ ਅਸੈਸਮੈਂਟ ਦਾ ਬਹੁਤ ਜ਼ਿਆਦਾ, ਕਿ ਜਿਹੜੇ ਵੀ ਡਿਪਾਰਟਮੈਂਟ ਵਿੱਚ ਪੜ੍ਹ ਰਹੇ ਹਨ ਉਹ ਬੱਚਿਆਂ ਨੂੰ ਅਸੈਸ ਕੀਤਾ ਜਾਂਦਾ ਹੈ, ਤਾਂ ਬੱਚਿਆਂ ਨੂੰ ਉਸ ਦਾ ਫਾਇਦਾ ਹੋ ਜਾਂਦਾ ਹੈ। ਸਕੂਲ ਐਡਮਿਨਿਸਟ੍ਰੇਸ਼ਨ ਨੂੰ ਅਸੈਸਮੈਂਟ ਦਾ ਇਹ ਹੈ ਕਿ ਅਸੈਸ ਕਰਦੇ ਹਨ ਜੋ ਵੀ ਰਿਕਾਰਡ ਬੱਚਿਆਂ ਦਾ ਰੱਖਦਾ ਹੈ। ਤਾਂ ਉਸ ਤੋਂ ਬਾਅਦ ਜਿਸ ਤਰ੍ਹਾਂ ਕਿ ਇਹ ਕਹਿੰਦੇ ਵਾਈ ਕੰਡਕਟ ਅਸੈਸਮੈਂਟ, ਅਸੀਂ ਕਿਉਂ ਕੰਡਕਟ ਕਰਦੇ ਹਾਂ? ਸਕਰੀਨਿੰਗ ਐਂਡ ਪਲੇਸਮੈਂਟ। ਜਦੋਂ ਵੀ ਬੱਚਾ ਕੁਛ ਵੀ ਸਿੱਖਦਾ ਹੈ ਤਾਂ ਉਸਦਾ ਜੋ ਵੀ ਰਿਜ਼ਲਟ ਆਉਂਦਾ ਹੈ ਉਸਦੀ ਸਕਰੀਨਿੰਗ ਕੀਤੀ ਜਾਂਦੀ ਹੈ। ਜੋ ਬੱਚਾ ਆਪਣੇ ਫੀਲਡ ਦੇ ਵਿੱਚ ਮੁਹਾਰਤ ਹਾਸਲ ਕਰਦਾ ਹੈ ਤਾਂ ਉਸ ਨੂੰ ਪਲੇਸ ਕਰਵਾਇਆ ਜਾਂਦਾ ਹੈ, ਉਸਦੀ ਪਲੇਸਮੈਂਟ ਕੀਤੀ ਜਾਂਦੀ ਹੈ ਕਿ ਆਪਾਂ ਬੱਚੇ ਨੂੰ ਕਿੱਥੇ ਪਲੇਸ ਕਰਵਾ ਸਕਦੇ ਹਾਂ। ਇਸ ਤੋਂ ਬਾਅਦ ਦੇਖਿਆ ਜਾਵੇ ਤਾਂ ਉਸ ਤੋਂ ਬਾਅਦ ਕਿ ਪ੍ਰੋਗਰੈਸ ਮੋਨੀਟਰਿੰਗ, ਬੱਚੇ ਦੀ ਪ੍ਰੋਗਰੈਸ 'ਤੇ ਮੋਨੀਟਰਿੰਗ ਕੀਤੀ ਜਾਂਦੀ ਹੈ। ਅਸੈਸਮੈਂਟ ਇਨਫੋਰਮਸ ਇੰਸਟਰਕਸ਼ਨਸ, ਅਸੈਸਮੈਂਟ ਦੇ ਦੁਆਰਾ ਇਨਫੋਰਮ ਕੀਤਾ, ਇੰਸਟਰਕਸ਼ਨਸ ਦਿੱਤੀਆਂ ਜਾਂਦੀਆਂ ਹਨ ਕਿ ਕਿਹੜਾ ਕੰਮ ਕਿਹੜੇ ਤਰੀਕੇ ਨਾਲ ਕਰਨਾ ਚਾਹੀਦਾ ਹੈ, ਕੀਤਾ ਜਾਣਾ ਚਾਹੀਦਾ ਹੈ। ਉਸ ਤੋਂ ਬਾਅਦ ਮੋਟੀਵੇਸ਼ਨ ਐਂਡ ਲਰਨਿੰਗ, ਅਸੈਸਮੈਂਟ ਦੇ ਨਾਲ ਬੱਚੇ ਨੂੰ ਪਤਾ ਲੱਗ ਜਾਂਦਾ, ਬੱਚਾ ਮੋਟੀਵੇਟ ਹੁੰਦਾ ਹੈ ਕਿ ਉਸਦੀ ਅਸੈਸਮੈਂਟ ਕਿਸ ਤਰ੍ਹਾਂ ਹੋਈ ਹੈ, ਕਿਸ ਤਰ੍ਹਾਂ ਉਸਦਾ ਮੁਲਾਂਕਣ ਕੀਤਾ ਗਿਆ ਹੈ, ਉਸਨੇ ਕੀ ਸਿੱਖਿਆ ਹੈ ਮੁਲਾਂਕਣ ਦੇ ਦੌਰਾਨ, ਉਹ ਕਿੱਥੇ ਉਹਦੀਆਂ ਕਮੀਆਂ ਰਹਿ ਗਈਆਂ ਹਨ, ਉਸ ਨੂੰ ਕਿਸ ਤਰ੍ਹਾਂ ਠੀਕ ਕੀਤਾ ਜਾਂਦਾ ਹੈ, ਉਹਦੇ ਬਾਰੇ ਸਾਰਾ ਦੱਸਿਆ ਜਾਂਦਾ ਹੈ। ਉਸ ਤੋਂ ਬਾਅਦ ਜੋ ਵੀ ਆ ਪ੍ਰੈਕਟਿਸ ਆ ਜਾਂਦੀ ਹੈ ਤਾਂ ਸਰਟੀਫਿਕੇਸ਼ਨ ਮਤਲਬ ਕਿ ਆਪਾਂ ਨੂੰ ਜੋ ਵੀ ਆਪਾਂ ਅਸੈਸ ਕਰਦੇ ਹਾਂ, ਜੋ ਵੀ ਅਸੀਂ ਉਹਦਾ ਨਤੀਜਾ ਆਉਂਦਾ ਹੈ, ਜੋ ਵੀ ਉਸਦਾ ਸਾਨੂੰ
ਨਤੀਜੇ ਆਉਣ ਤੋਂ ਬਾਅਦ ਜੋ ਵੀ ਸਰਟੀਫਿਕੇਟ ਵਗੈਰਾ ਮਿਲਦੇ ਹਨ, ਉਹ ਸਾਰੀਆਂ ਚੀਜ਼ਾਂ ਅਸੈਸਮੈਂਟ ਦੇ ਵਿੱਚ ਹੀ ਆਉਂਦੀਆਂ ਹਨ। ਇਸ ਤੋਂ ਬਾਅਦ ਅਸੀਂ ਦੇਖਦੇ ਹਾਂ ਹੂ ਸ਼ੁੱਡ ਵੀ ਅਸੈਸ। ਇਸ ਦੇ ਵਿੱਚ ਵੱਖਰੇ ਵੱਖਰੇ ਤਰੀਕੇ ਹਨ। ਅਸੀਂ ਹਾਊ ਸ਼ੁੱਡ ਵੀ ਅਸੈਸ, ਜਿਸ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਅਸੈਸ ਜਾਂ ਬੱਚਿਆਂ ਦਾ ਮੁਲਾਂਕਣ ਕਰਨਾ ਹੈ, ਉਹ ਕਿਹੜੇ ਕਿਹੜੇ ਤਰੀਕਿਆਂ ਨਾਲ ਅਸੀਂ ਬੱਚਿਆਂ ਦਾ ਮੁਲਾਂਕਣ ਕਰ ਸਕਦੇ ਹਾਂ, ਉਸ ਬਾਰੇ ਦੱਸਿਆ ਜਾਂਦਾ ਹੈ। ਹਾਂਜੀ, ਇਹਦੇ ਵਿੱਚ ਵੱਖਰੇ ਵੱਖਰੇ ਤਰੀਕੇ ਹਨ, ਜਿਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਬੱਚਿਆਂ ਦਾ ਮੁਲਾਂਕਣ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ ਵਧੀਆ ਤਰੀਕੇ ਨਾਲ, ਜਿਸ ਦੇ ਵਿੱਚ ਬੱਚਿਆਂ ਨੂੰ ਅਸੀਂ ਚੰਗੀ ਤਰ੍ਹਾਂ ਅਸੈਸ ਕਰ ਸਕੀਏ, ਮੁਲਾਂਕਣ ਕਰ ਸਕੀਏ ਕਿ ਬੱਚੇ ਨੇ ਜੋ ਵੀ ਸਿਲੇਬਸ ਕੀਤਾ ਹੈ ਜਾਂ ਕੁਛ ਵੀ ਜੋ ਵੀ ਕਲਾਸ ਵਿੱਚ ਜਾਂ ਗਰਾਊਂਡ ਵਿੱਚ ਕੁਛ ਵੀ ਸਿਖਾਇਆ ਗਿਆ ਹੈ, ਤਾਂ ਉਹ ਬੱਚੇ ਨੇ ਚੰਗੀ ਤਰ੍ਹਾਂ ਸਿੱਖਿਆ। ਉਸ ਦੇ ਅਲੱਗ-ਅਲੱਗ ਤਰੀਕੇ ਹਨ, ਉਸ ਦੇ ਬਾਰੇ ਇਸ ਵਿੱਚ ਦੱਸਿਆ ਗਿਆ ਹੈ। ਜਿਸ ਤਰ੍ਹਾਂ ਕਿ ਟਰੂ ਫਾਲਸ ਐਟਮ, ਇਹ ਇੱਕ ਥਿਊਰੀ ਦਾ ਪਾਰਟ ਹੈ, ਜਿਸ ਦੇ ਵਿੱਚ ਬੱਚਿਆਂ ਨੂੰ ਆਪਸ਼ਨਸ ਦਿੱਤੀਆਂ ਜਾਂਦੀਆਂ ਹਨ ਕਿ ਜਿਹੜਾ ਵੀ ਹੈ ਇਸ ਤਰ੍ਹਾਂ ਸਬਜੈਕਟ ਨਾਲ, ਉਸ ਟੌਪਿਕ ਨਾਲ ਸੰਬੰਧਿਤ ਸਵਾਲ ਪੁੱਛੇ ਜਾਂਦੇ ਹਨ, ਟਰੂ ਫਾਲਸ, ਸਹੀ ਜਾਂ ਗਲਤ। ਇਹ ਇੱਕ ਤਰੀਕਾ ਹੈ ਅਸੈਸਮੈਂਟ ਕਰਨ ਦਾ। ਉਸ ਤੋਂ ਬਾਅਦ ਜਿਸ ਤਰ੍ਹਾਂ ਮਲਟੀਪਲ ਚੋਇਸ ਕੁਐਸਚਨ ਆ ਜਾਂਦੇ ਹਨ ਕਿ ਆਪਾਂ ਬੱਚਿਆਂ ਨੂੰ ਮਲਟੀਪਲ ਚੋਇਸ ਨਾਲ ਆਪਸ਼ਨਸ ਦਿੱਤੀਆਂ ਜਾਂਦੀਆਂ ਹਨ। ਜਿਸ ਤਰ੍ਹਾਂ ਕਿ ਇੱਕ ਕੁਐਸਚਨ ਹੈ, ਉਸ ਦੀਆਂ 4 ਆਪਸ਼ਨਾਂ ਦਿੱਤੀਆਂ ਗਈਆਂ ਹਨ, ਉਹਦੇ ਵਿੱਚੋਂ ਕਿਹੜੀ ਆਪਸ਼ਨ ਸਹੀ ਹੈ, ਕਿਹੜੀ ਗਲਤ ਹੈ। ਜਿਸ ਤਰ੍ਹਾਂ ਕਿ ਆਪਾਂ ਫੋਰ ਐਗਜ਼ਾਮਪਲ ਅਸੀਂ ਲੈ ਲੈਂਦੇ ਹਾਂ ਕਿ ਅਸੀਂ ਕਹਿ ਦਿੰਦੇ ਹਾਂ ਕਿ ਵਾਲੀਬਾਲ ਖੇਡ ਵਿੱਚ ਕਿੰਨੇ ਖਿਡਾਰੀ ਹੁੰਦੇ ਹਨ। ਉਸ ਦੀਆਂ ਅਸੀਂ ABCD 4 ਆਪਸ਼ਨਾਂ ਰੱਖ ਦਿੰਦੇ ਹਾਂ। 12 ਪਲੇਅਰ ਹਨ, 14 ਹਨ, 16 ਹਨ, 10 ਹਨ। ਤਾਂ ਜਿਹੜੀ ਵੀ ਇਹਦੀ ਸਹੀ ਆਪਸ਼ਨ ਹੁੰਦੀ ਹੈ ਉਸ ਨੂੰ ਆਪਾਂ ਸਹੀ ਕਰ ਦੇਗਾ, ਉਸ ਨੂੰ ਅਸੀਂ ਮਲਟੀਪਲ ਚੋਇਸ ਕੁਐਸਚਨ ਕਹਿ ਸਕਦੇ ਹਾਂ। ਕੰਪਲੀਸ਼ਨਸ ਆ ਗਿਆ, ਸ਼ਾਰਟ ਆਨਸਰ ਆ ਗਏ, ਐਸੇ ਟਾਈਪ ਆਨਸਰ ਆ ਗਏ। ਸ਼ਾਰਟ ਆਨਸਰ ਜਿਸ ਤਰ੍ਹਾਂ ਕਿ ਬਹੁਤੇ ਸ਼ਬਦਾਂ ਵਾਲੇ, ਜਿਸ ਤਰ੍ਹਾਂ ਕਿ 1 ਨੰਬਰ ਵਾਲੇ ਕੁਐਸਚਨ ਹੋ ਗਏ, 2 ਨੰਬਰ 3 ਨੰਬਰ ਵਾਲੇ, ਇਹਨਾਂ ਨੂੰ ਅਸੀਂ ਸ਼ਾਰਟ ਆਨਸਰ ਕਹਿ ਦਿੰਦੇ ਹਨ ਕੁਐਸਚਨ ਦੇ ਵਿੱਚ। ਇਹ ਬੱਚਿਆਂ ਨੂੰ ਥਿਊਰੀ ਦਾ ਇੱਕ ਪਾਰਟ ਹੈ, ਜਿਹਦੇ ਵਿੱਚ ਬੱਚਿਆਂ ਨੂੰ ਦਿੱਤਾ ਜਾਂਦਾ ਹੈ, ਜਿਸ ਦੇ ਅਕੋਰਡਿੰਗਲੀ ਸ਼ਾਰਟ ਆਨਸਰ, ਜਿਸ ਵਿੱਚ ਬੱਚਾ ਜ਼ਿਆਦਾ ਐਕਸਪਲੇਨ ਨਹੀਂ ਕਰਦਾ, ਉਸ ਨੂੰ ਅਸੀਂ ਸ਼ਾਰਟ ਆਨਸਰ ਕਹਿੰਦੇ ਹਨ। ਉਸ ਤੋਂ ਬਾਅਦ ਜੋ ਨੈਕਸਟ ਹੈ ਉਹ ਆ ਜਾਂਦਾ ਹੈ ਐਸੇ ਟਾਈਪ। ਜਿਸ ਤਰ੍ਹਾਂ ਕਿ ਅਸੀਂ ਸਾਰਾ ਹੀ ਕੋਈ ਕੁਐਸਚਨ ਹੈ ਵੱਡਾ, ਮਤਲਬ ਵੱਡੇ ਕੁਐਸਚਨਾਂ ਦੇ ਵਿੱਚ ਆ ਜਾਂਦਾ ਹੈ, ਅਸੀਂ ਐਸੇ ਟਾਈਪ ਕੁਐਸਚਨ ਕਹਿ ਦਿੰਦੇ ਹਾਂ, ਜਿਸ ਦੇ ਵਿੱਚ ਅਸੀਂ ਉਸ ਸਾਰੇ ਹੀ ਟੌਪਿਕ ਦੀ ਵਿਆਖਿਆ ਕਰਨੀ ਹੁੰਦੀ ਹੈ, ਜੋ ਕਿ ਥੋੜ੍ਹਾ ਲੈਂਥੀ ਹੁੰਦਾ ਹੈ। ਤਾਂ ਇਸ 'ਤੇ ਬੱਚਿਆਂ ਨੂੰ ਮਾਰਕਸ ਦਿੱਤੇ ਜਾਂਦੇ ਹਨ। ਉਸ ਤੋਂ ਬਾਅਦ ਪ੍ਰੈਕਟੀਕਲ ਐਗਜ਼ਾਮ, ਜੋ ਵੀ ਵਿਸ਼ਾ ਅਸੀਂ ਪੜ੍ਹਦੇ ਹਾਂ ਤਾਂ ਉਸ ਦਾ ਪ੍ਰੈਕਟੀਕਲ ਲਿਆ ਜਾਂਦਾ ਹੈ। ਜੋ ਵੀ ਬੱਚਾ ਸਿੱਖਦਾ ਹੈ ਜਾਂ ਸਿਖਾਇਆ ਜਾਂਦਾ ਹੈ ਤਾਂ ਬੱਚਿਆਂ ਨੂੰ ਅਸੀਂ ਪ੍ਰੈਕਟੀਕਲ ਦੁਆਰਾ ਬੱਚਿਆਂ ਕੋਲ ਕਰਵਾ ਕੇ ਵੇਖਦੇ ਹਾਂ ਕਿ ਬੱਚਾ ਉਹ ਸਹੀ ਕਰ ਰਿਹਾ ਹੈ ਜਾਂ ਨਹੀਂ ਕਰ ਰਿਹਾ। ਅਸੀਂ ਉਹਨਾਂ ਦੇ ਪ੍ਰੈਕਟੀਕਲ ਐਗਜ਼ਾਮ ਲੈਂਦੇ ਹਾਂ। ਜਿਸ ਤਰ੍ਹਾਂ ਕਿ ਅਸੀਂ ਫਿਜ਼ੀਕਲ ਐਜੂਕੇਸ਼ਨ ਦੇ ਨਾਲ ਸੰਬੰਧ ਰੱਖਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਅਸੀਂ ਪ੍ਰੈਕਟੀਕਲ ਬੱਚੇ ਨੂੰ ਸਿਖਾਇਆ ਜਾਂਦਾ ਹੈ ਕਿ ਫੁੱਟਬਾਲ ਦੇ ਵਿੱਚ ਡਰਿਬਲਿੰਗ ਕਿਸ ਤਰ੍ਹਾਂ ਹੁੰਦੀ ਹੈ, ਬਾਲ ਨੂੰ ਕਿਸ ਤਰ੍ਹਾਂ ਡਰਿਬਲ ਕੀਤਾ ਜਾਂਦਾ ਹੈ, ਉਹ ਬੱਚੇ ਨੂੰ ਕਲਾਸ ਦੇ ਵਿੱਚ ਜਾਂ ਗਰਾਊਂਡ ਦੇ ਵਿੱਚ ਸਿਖਾਇਆ ਜਾਂਦਾ ਹੈ। ਤਾਂ ਅਗਰ ਅਸੀਂ ਪ੍ਰੈਕਟੀਕਲ ਐਗਜ਼ਾਮ ਲਵਾਂਗੇ, ਉਸ ਵਿੱਚ ਅਸੀਂ ਬੱਚੇ ਨੂੰ ਪੁੱਛਾਂਗੇ, ਬੱਚੇ ਕੋਲ ਖੁਦ ਕਰਵਾ ਕੇ ਵੇਖਾਂਗੇ, ਬਾਲ ਦੇਵਾਂਗੇ ਅਤੇ ਉਹ ਫੁੱਟਬਾਲ ਦੇ ਨਾਲ ਕਿਸ ਤਰ੍ਹਾਂ ਡਰਿਬਲ ਹੁੰਦਾ ਹੈ ਉਹ ਬੱਚਾ ਕਰਕੇ ਦਿਖਾਉਂਦਾ ਹੈ। ਇਸੇ ਤਰ੍ਹਾਂ ਹਰੇਕ ਵਿਸ਼ੇ ਨਾਲ ਸੰਬੰਧਿਤ ਅਲੱਗ-ਅਲੱਗ ਪ੍ਰੈਕਟੀਕਲ ਹੁੰਦੇ ਹਨ, ਉਹ ਵੀ ਇੱਕ ਮੁਲਾਂਕਣ ਕਰਨ ਦਾ ਬਹੁਤ ਹੀ ਵਧੀਆ ਤਰੀਕਾ ਹੈ, ਜਿਸ ਦੇ ਵਿੱਚ ਸਾਨੂੰ ਜ਼ਿਆਦਾ ਜਾਣਕਾਰੀ ਮਿਲ ਜਾਂਦੀ ਹੈ ਬੱਚਾ ਕਿੱਥੇ ਸਟੈਂਡ ਕਰਦਾ ਪਿਆ ਹੈ। ਉਸ ਤੋਂ ਬਾਅਦ ਪੇਪਰਸ ਵਗੈਰਾ, ਰਿਪੋਰਟਸ ਜੋ ਵੀ ਹੈ ਉਹ ਤਿਆਰ ਕਰਵਾਈਆਂ ਜਾਂਦੀਆਂ ਹਨ। ਔਰ ਇਸ ਤੋਂ ਬਾਅਦ ਪ੍ਰੋਜੈਕਟਸ ਆ ਜਾਂਦੇ ਹਨ। ਪ੍ਰੋਜੈਕਟ ਇੱਕ ਅਲੱਗ-ਅਲੱਗ ਤਰੀਕੇ ਦੇ ਪ੍ਰੋਜੈਕਟ ਹੋ ਸਕਦੇ ਹਨ, ਜਿਸ ਤਰ੍ਹਾਂ ਕਿ ਬੱਚਿਆਂ ਕੋਲੋਂ ਅਸੀਂ ਚਾਰਟ ਮੇਕਿੰਗ ਅਤੇ ਮਾਡਲਸ ਉਹ ਬਣਵਾਏ ਜਾਂਦੇ ਹਨ। ਇਸ ਤੋਂ ਇਲਾਵਾ ਕੁਐਸ਼ਨਰੀਜ਼ ਆ ਜਾਂਦੀਆਂ ਹਨ, ਬੱਚਿਆਂ ਨੂੰ ਕੁਐਸਚਨ ਵਾਈਵਾ ਟਾਈਪ ਕੁਐਸਚਨ ਪੁੱਛੇ ਜਾਂਦੇ ਹਨ ਸਬਜੈਕਟ ਨਾਲ ਸੰਬੰਧਿਤ।
ਇਹ ਵੀ ਇੱਕ ਬਹੁਤ ਹੀ ਵਧੀਆ ਮੁਲਾਂਕਣ ਕਰਨ ਦਾ ਤਰੀਕਾ ਹੈ। ਇਸ ਤੋਂ ਬਾਅਦ ਇਨਵੈਂਟਰੀਜ਼ ਆ ਜਾਂਦੀਆਂ ਹਨ। ਇਨਵੈਂਟਰੀਜ਼ ਦੇ ਵਿੱਚ ਚੈੱਕਲਿਸਟ ਬਣ ਜਾਂਦੀ ਹੈ। ਬੱਚੇ ਨੇ ਜੋ ਸਾਰਾ ਕੁਛ ਕੀਤਾ ਉਸ ਦੀ ਲਿਸਟ ਬਣਾਈ, ਸਾਲ ਦੇ ਵਿੱਚ ਜੋ ਵੀ ਕਰਵਾਇਆ ਗਿਆ ਉਸ ਦੀ ਚੈੱਕਲਿਸਟ ਵਗੈਰਾ ਬਣਾਉਂਦੀ ਹੈ। ਉਸ ਤੋਂ ਬਾਅਦ ਸੈਲਫ ਰੇਟਿੰਗ, ਜਰਨਲ ਚੀਜ਼ਾਂ, ਜੋ ਵੀ ਸਬਜੈਕਟ ਦੇ ਵਿੱਚ ਸੰਬੰਧਿਤ ਜਰਨਲ ਚੀਜ਼ਾਂ ਹਨ ਉਹਨਾਂ ਨੂੰ ਉਹਦੇ ਬਾਰੇ ਪੁੱਛਿਆ ਜਾਂਦਾ ਹੈ, ਅਸੈਸ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਪੋਰਟਫੋਲੀਓ ਇੱਕ ਬਹੁਤ ਹੀ ਵਧੀਆ ਤਰੀਕਾ ਹੈ। ਬੱਚਿਆਂ ਕੋਲੋਂ ਪ੍ਰੋਜੈਕਟ ਬਣਵਾਏ ਜਾਂਦੇ ਹਨ, ਪੋਰਟਫੋਲੀਓ ਤਿਆਰ ਕਰਵਾਇਆ ਜਾਂਦਾ ਹੈ। ਹਰੇਕ ਟੌਪਿਕ ਦੇ ਉੱਪਰ ਜੋ ਵੀ ਕੰਮ ਕੀਤਾ ਹੈ ਬੱਚਾ ਉਹ ਪੋਰਟਫੋਲੀਓ ਬਣਾ ਕੇ ਇੱਕ ਫਾਈਲ ਦੇ ਵਿੱਚ ਲਗਾਉਂਦਾ ਹੈ। ਜੋ ਵੀ ਉਸਨੇ ਸਿਲੇਬਸ ਕਵਰ ਕੀਤਾ ਹੈ, ਜੋ ਉਹਦੇ ਪ੍ਰੈਕਟੀਕਲ ਹੋਏ ਹਨ, ਜਾਂ ਉਸ ਦੇ ਵਿੱਚ ਫੀਲਡ ਵਿਜ਼ਿਟ ਕਰਵਾਈ ਗਈ ਹੈ, ਜਾਂ ਬੱਚਿਆਂ ਨੂੰ ਗੈਸਟ ਲੈਕਚਰ ਕਰਵਾਏ ਗਏ ਹਨ, ਉਹ ਸਾਰਾ ਕੁਛ ਪੋਰਟਫੋਲੀਓ ਦੇ ਵਿੱਚ ਬਣਾ ਕੇ ਬੱਚੇ ਰੱਖਦੇ ਹਨ, ਜੋ ਕਿ ਪ੍ਰੈਕਟੀਕਲ ਦੇ ਵੇਲੇ ਉਹਨਾਂ ਦੇ ਮਾਰਕਸ ਦਿੱਤੇ ਜਾਂਦੇ ਹਨ ਅਕੋਰਡਿੰਗ ਟੂ ਪੋਰਟਫੋਲੀਓ। ਜਿਸ ਤਰ੍ਹਾਂ ਵੀ ਜਿੰਨਾ ਵਧੀਆ ਪੋਰਟਫੋਲੀਓ ਤਿਆਰ ਹੋਏਗਾ ਤਾਂ ਉਸ ਦੇ ਹਿਸਾਬ ਨਾਲ ਬੱਚਿਆਂ ਨੂੰ ਅਸੈਸ ਕੀਤਾ ਜਾਂਦਾ ਹੈ ਅਤੇ ਬੱਚੇ ਉਸ ਦੇ ਵਿੱਚ ਆਪਣੇ ਹਿੱਸਾ ਪਾਉਂਦੇ ਹਨ। ਓਬਜ਼ਰਵੇਸ਼ਨ ਕੀਤੀ ਜਾਂਦੀ ਹੈ, ਜੋ ਵੀ ਸਾਰੇ ਸਾਲ ਦੇ ਵਿੱਚ ਕਰਵਾਇਆ ਗਿਆ ਹੈ ਤਾਂ ਉਸ ਦੀ ਓਬਜ਼ਰਵੇਸ਼ਨ ਕੀਤੀ ਜਾਂਦੀ ਹੈ। ਡਿਸਕਸ਼ਨਸ ਹੁੰਦੀਆਂ ਹਨ। ਅਗਰ ਅਸੀਂ ਇੱਕ ਟੌਪਿਕ ਦੇ ਵਿੱਚ ਬੱਚਿਆਂ ਨੂੰ ਡਿਬੇਟ ਕਰਵਾ ਸਕਦੇ ਹਾਂ, ਡਿਸਕਸ਼ਨ ਕਰਵਾ ਸਕਦੇ ਹਾਂ, ਇਹ ਵੀ ਇੱਕ ਅਸੈਸ ਕਰਨ ਦਾ ਬਹੁਤ ਵਧੀਆ ਤਰੀਕਾ ਹੈ। ਬੱਚਿਆਂ ਨੂੰ ਇੱਕ ਟੌਪਿਕ ਦਿੱਤਾ ਜਾਵੇ ਜਿਹਦੇ ਵਿੱਚ ਬੱਚੇ ਇਸ ਟੌਪਿਕ 'ਤੇ ਡਿਸਕਸ਼ਨ ਕਰਨ ਅਤੇ ਉਸ ਦੇ ਵਿੱਚ ਜੋ ਵੀ ਹੈ ਮੈਰਿਟ ਡਿਮੈਰਿਟ ਉਸ ਟੌਪਿਕ ਦੀਆਂ ਉਹ ਦੱਸੀਆਂ ਜਾਣ। ਇਹ ਵੀ ਇੱਕ ਬਹੁਤ ਵਧੀਆ ਅਸੈਸ ਕਰਨ ਦਾ ਤਰੀਕਾ ਹੈ। ਇਸ ਤੋਂ ਬਾਅਦ ਅਸੀਂ ਦੇਖਦੇ ਹਾਂ ਇੰਟਰਵਿਊ ਦੁਆਰਾ ਵੀ ਅਸੀਂ ਮੇਨ ਇੱਕ ਈਵੈਂਟ ਹੁੰਦਾ ਹੈ ਜਿਸ ਦੇ ਵਿੱਚ ਅਸੀਂ ਕਿਸੇ ਨੂੰ ਅਗਰ ਜੋਬ ਦੇਣੀ ਹੈ ਤਾਂ ਉਸ ਦੀ ਅਸੈਸ ਕਰਨ ਵਾਸਤੇ, ਉਸ ਦਾ ਮੁਲਾਂਕਣ ਕਰਨ ਵਾਸਤੇ ਅਸੀਂ ਇੰਟਰਵਿਊ ਵੀ ਲੈ ਸਕਦੇ ਹਾਂ। ਉਸ ਦੇ ਨਾਲ ਜਾਣਕਾਰੀ ਲੈ ਸਕਦੇ ਹਾਂ ਕਿ ਉਹ ਜਿਸ ਵਿਸ਼ੇ ਨਾਲ ਸੰਬੰਧ ਰੱਖਦਾ ਹੈ, ਜਿਸ ਪ੍ਰੋਫੈਸ਼ਨ ਨਾਲ ਸੰਬੰਧ ਰੱਖਦਾ ਹੈ, ਉਸ ਦੀ ਕਿੰਨੀ ਕੁ ਜਾਣਕਾਰੀ ਹੈ, ਉਸ ਦੇ ਵਿੱਚ ਕਿੰਨਾ ਤਜਰਬਾ ਹੈ। ਇਹ ਇੰਟਰਵਿਊ ਦੇ ਵਿੱਚ ਇਸ ਤਰ੍ਹਾਂ ਬੱਚੇ ਦਾ ਅਸੀਂ ਸਹੀ ਤਰੀਕੇ ਨਾਲ ਮੁਲਾਂਕਣ ਕਰ ਸਕਦੇ ਹਾਂ। ਇਸ ਤੋਂ ਨੈਕਸਟ ਅਸੀਂ ਦੇਖਦੇ ਹਾਂ ਵੇ ਟੂ ਅਸੈਸ ਸਟੂਡੈਂਟ। ਇਸ ਦੇ ਵਿੱਚ ਸਟੂਡੈਂਟ ਨੂੰ ਅਸੈਸ ਕਰਨ ਦੇ ਅਲੱਗ-ਅਲੱਗ ਤਰੀਕੇ ਹਨ। ਜਿਸ ਤਰ੍ਹਾਂ ਕਿ ਅਸੀਂ ਕਹਿ ਦਿੰਦੇ ਹਾਂ ਕਿ ਵੱਖਰੇ ਤਰੀਕਿਆਂ ਨਾਲ ਬੱਚਿਆਂ ਨੂੰ ਅਸੈਸ ਕਰਨਾ ਜਾਂ ਮੁਲਾਂਕਣ ਕਰਨਾ ਉਸ ਦੇ ਵਿਸ਼ੇ ਪ੍ਰਤੀ। ਸਭ ਤੋਂ ਪਹਿਲਾਂ ਆ ਜਾਂਦਾ ਹੈ ਅਥੈਂਟਿਕ ਅਸੈਸਮੈਂਟ, ਯਾਨੀ ਕਿ ਪ੍ਰਮਾਣਿਕ ਮੁਲਾਂਕਣ। ਪ੍ਰਮਾਣਿਕ ਮੁਲਾਂਕਣ ਸੈਂਟਰ ਆਫ ਟੀਚਿੰਗ, ਅਧਿਆਪਨ ਦਾ ਕੇਂਦਰ। ਇਸ ਦੇ ਵਿੱਚ ਅਸੀਂ ਰਾਈਟਿੰਗ ਪ੍ਰੋਸੈਸ ਦੇ ਵਿੱਚ ਦੇਖਦੇ ਹਾਂ ਬੱਚਾ ਕਿਸ ਤਰ੍ਹਾਂ, ਬੱਚੇ ਦਾ ਲਿਖਣ ਦਾ ਤਰੀਕਾ ਜਾਂ ਕਿਹੜੇ ਹਿਸਾਬ ਨਾਲ ਬੱਚਾ ਆਪਣੇ ਟੌਪਿਕ ਨੂੰ ਕਵਰ ਕਰ ਰਿਹਾ ਹੈ, ਕਿਸ ਤਰੀਕੇ ਨਾਲ ਉਹ ਉਸ ਨੂੰ ਐਕਸਪਲੇਨ ਕਰ ਰਿਹਾ ਹੈ, ਉਸ ਤਰੀਕੇ ਨਾਲ ਅਸੀਂ ਚੈੱਕ ਕਰਦੇ ਹਾਂ। ਅਤੇ ਉਸ ਦਾ ਜੀਵਨ ਪ੍ਰਦਰਸ਼ਨ ਕਿਸ ਤਰ੍ਹਾਂ ਦਾ ਹੈ। ਇਹ ਸਾਰੀਆਂ ਚੀਜ਼ਾਂ ਅਸੀਂ ਅਥੈਂਟਿਕ ਅਸੈਸਮੈਂਟ ਵਿੱਚ ਅਸੀਂ ਦੇਖਦੇ ਹਾਂ। ਇਸ ਤੋਂ ਬਾਅਦ ਬੱਚੇ ਨੂੰ ਅਸੀਂ ਅਲੱਗ-ਅਲੱਗ ਟਾਸਕ ਦੇ ਸਕਦੇ ਹਾਂ, ਜਿਵੇਂ ਕਿ ਅਸੀਂ ਉਸ ਨੂੰ ਕਹਿ ਸਕਦੇ ਹਾਂ ਪਰਫੋਰਮੈਂਸ ਟਾਸਕ ਅਸੀਂ ਕਹਿ ਦਈਏ, ਜਿਹਦੇ ਵਿੱਚ ਉਹਦੇ ਵੱਖਰੇ ਤਰੀਕਿਆਂ ਜਿਵੇਂ ਟੈਸਟ, ਕੁਇਜ਼, ਹੋਮਵਰਕ, ਪ੍ਰੋਜੈਕਟ, ਰਿਪੋਰਟ, ਸਬਜੈਕਟਿਵ, ਆਬਜੈਕਟਿਵ, ਕੰਬੀਨੇਸ਼ਨ, ਇਹਨਾਂ ਚੀਜ਼ਾਂ ਇਸਤੇਮਾਲ ਕਰਦੇ ਹਾਂ। ਬੱਚਿਆਂ ਕੋਲ ਅਲੱਗ-ਅਲੱਗ ਤਰੀਕੇ ਨਾਲ ਬੱਚਿਆਂ ਦੇ ਅਸੀਂ ਟੈਸਟ ਲੈ ਸਕਦੇ ਹਾਂ। ਕੋਈ ਵੀ ਸਬਜੈਕਟ ਦੇ ਨਾਲ ਸੰਬੰਧਿਤ ਉਹਨਾਂ ਦੇ ਅਸੀਂ ਰਿਟਨ ਟੈਸਟ ਲੈ ਸਕਦੇ ਹਾਂ, ਪ੍ਰੈਕਟੀਕਲ ਟੈਸਟ ਲੈ ਸਕਦੇ ਹਾਂ। ਇਸ ਚੀਜ਼ ਨਾਲ ਬੱਚਿਆਂ ਨੂੰ ਆਪਾਂ ਅਸੈਸ ਕਰ ਸਕਦੇ ਹਾਂ, ਉਸ ਦਾ ਮੁਲਾਂਕਣ ਸਹੀ ਤਰੀਕੇ ਨਾਲ ਮੁਲਾਂਕਣ ਕਰ ਸਕਦੇ ਹਾਂ। ਇਸ ਤੋਂ ਇਲਾਵਾ ਅਸੀਂ ਦੇਖਦੇ ਹਾਂ ਕਿ ਕੁਇਜ਼ ਇੱਕ ਬਹੁਤ ਮਹੱਤਵਪੂਰਨ ਵਧੀਆ ਤਰੀਕਾ ਹੈ ਬੱਚਿਆਂ ਦਾ ਮੁਲਾਂਕਣ ਕਰਨ ਵਾਸਤੇ। ਅਸੀਂ ਕੁਇਜ਼ ਕੰਪੀਟੀਸ਼ਨ ਆਰਗੇਨਾਈਜ਼ ਕਰ ਸਕਦੇ ਹਾਂ ਅਲੱਗ-ਅਲੱਗ ਟੀਮਾਂ ਦੇ ਵਿੱਚ ਬਿਠਾ ਕੇ ਬੱਚਿਆਂ ਨੂੰ ਕੁਇਜ਼ ਕੰਪੀਟੀਸ਼ਨ ਦਾ ਕਰਵਾਇਆ ਜਾ ਸਕਦਾ ਹੈ ਅਤੇ ਉਸ ਦੇ ਆਧਾਰ 'ਤੇ ਬੱਚਿਆਂ ਦਾ ਮੁਲਾਂਕਣ ਕੀਤਾ ਜਾ ਸਕਦਾ ਹੈ ਕਿ ਇਸ ਦੇ ਨਾਲ ਟੀਮ ਵਰਕ ਹੋ ਜਾਂਦਾ ਹੈ, ਬੱਚਿਆਂ ਦੀ ਡਿਸਕਸ਼ਨ ਹੋ ਜਾਂਦੀ ਹੈ ਤਾਂ ਬੱਚੇ ਆਪਣੇ ਇੱਕ ਕੰਪੀਟੀਸ਼ਨ ਦੇ ਤਰੀਕੇ ਨਾਲ ਕਰਵਾਇਆ ਜਾ ਸਕਦਾ ਹੈ।
ਇਸ ਤੋਂ ਬਾਅਦ ਅਸੀਂ ਕੋਈ ਵੀ ਐਕਟੀਵਿਟੀ ਜਾਂ ਕੋਈ ਵੀ ਅਸੀਂ ਸਕੂਲ ਦੇ ਵਿੱਚ ਜਾਂ ਕਲਾਸ ਦੇ ਵਿੱਚ ਸਿੱਖਦੇ ਹਾਂ ਤਾਂ ਬੱਚਿਆਂ ਨੂੰ ਉਸ ਦੇ ਬੈਨੀਫਿਟ ਲਈ ਘਰ ਹੋਮਵਰਕ ਦਿੱਤਾ ਜਾਂਦਾ ਹੈ, ਜੋ ਕਿ ਬੱਚੇ ਘਰ ਜਾ ਕੇ ਉਸ ਨੂੰ ਦੁਬਾਰਾ ਰਿਵਾਈਜ਼ ਕਰਨ ਅਤੇ ਦੁਬਾਰਾ ਪੜ੍ਹਨ ਅਤੇ ਉਸ 'ਤੇ ਜ਼ਿਆਦਾ ਵਰਕ ਕਰਨ ਅਤੇ ਅਸੀਂ ਉਸ ਨੂੰ ਸਿੱਖਣ ਦੀ ਕੋਸ਼ਿਸ਼ ਕਰਨ। ਇਹ ਵੀ ਇੱਕ ਬਹੁਤ ਵਧੀਆ ਮੁਲਾਂਕਣ ਦਾ ਤਰੀਕਾ ਹੈ। ਉਸ ਤੋਂ ਬਾਅਦ ਪ੍ਰੋਜੈਕਟ, ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਬੱਚਿਆਂ ਨੂੰ ਅਲੱਗ-ਅਲੱਗ ਪ੍ਰੋਜੈਕਟ ਦਿੱਤੇ ਜਾਂਦੇ ਹਨ। ਜਿਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਅਗਰ ਕਿਸੇ ਪਿੰਡ ਦੇ ਵਿੱਚ ਅਸੀਂ ਦੇਖਣਾ ਹੈ ਤਾਂ ਪਿੰਡ ਦੇ ਬੱਚੇ ਸ਼ਾਮ ਟਾਈਮ ਕਿਹੜੇ ਬੱਚੇ ਕਿੰਨੇ % ਬੱਚੇ ਹਨ ਜੋ ਕਿ ਖੇਡ ਗਤੀਵਿਧੀਆਂ ਵਿੱਚ ਭਾਗ ਨਹੀਂ ਲੈ ਰਹੇ ਅਤੇ ਕਿੰਨੇ % ਬੱਚੇ ਹਨ ਜੋ ਕਿ ਖੇਡ ਗਤੀਵਿਧੀਆਂ ਵਿੱਚ ਭਾਗ ਲੈ ਰਹੇ ਹਨ, ਸ਼ਾਮ ਨੂੰ ਗਰਾਊਂਡ 'ਚ ਜਾਂਦੇ ਹਨ, ਵੱਖ-ਵੱਖ ਗੇਮਾਂ ਵਿੱਚ ਭਾਗ ਲੈਂਦੇ ਹਨ, ਪ੍ਰੈਕਟਿਸ ਕਰਦੇ ਹਨ। ਉਹ ਬੱਚਿਆਂ ਨੂੰ ਅਸੀਂ ਪ੍ਰੋਜੈਕਟ ਅਕੋਰਡਿੰਗ ਟੂ ਸਿਲੇਬਸ ਅਸੀਂ ਦੇ ਵੀ ਰਹੇ ਹਾਂ ਬੱਚਿਆਂ ਨੂੰ, ਕਿ ਬੱਚੇ ਚੈੱਕ ਕਰਦੇ ਨੇ ਕਿ ਉਹਨਾਂ ਦੇ ਜੋ ਆਸ-ਪਾਸ ਬੱਚੇ ਰਹਿ ਰਹੇ ਨੇ ਉਹਨਾਂ ਦਾ ਖੇਡਾਂ ਦੇ ਪ੍ਰਤੀ ਕਿੰਨਾ ਕੁ ਪ੍ਰਭਾਵ ਹੈ, ਉਹ ਸਿੱਖਣ ਦੀ ਕਿੰਨਾ ਕੁ ਇੱਛਾ ਰੱਖਦੇ ਨੇ, ਕਿੰਨੇ % ਬੱਚੇ ਨੇ ਜੋ ਕਿ ਖੇਡਾਂ ਦੇ ਵਿੱਚ ਇੰਟਰਸਟ ਰੱਖਦੇ ਹਨ ਅਤੇ ਕਿੰਨੇ % ਬੱਚੇ ਹਨ ਜੋ ਨਹੀਂ ਇੰਟਰਸਟ ਰੱਖਦੇ। ਇਹ ਇੱਕ ਪ੍ਰੋਜੈਕਟ ਬੱਚਿਆਂ ਨੂੰ ਅਸੀਂ ਦੇ ਸਕਦੇ ਹਾਂ। ਉਸ ਤੋਂ ਬਾਅਦ ਰਿਪੋਰਟਸ ਤਿਆਰ ਕਰ ਸਕਦੇ ਹਾਂ। ਬੱਚਿਆਂ ਕੋਲ ਰਿਪੋਰਟਸ ਤਿਆਰ ਕਰਵਾਉਣੀਆਂ, ਜੋ ਵੀ ਹੈ ਸਬਜੈਕਟ ਜਿਹੜੀ ਵੀ ਅਸੀਂ ਤਿਆਰੀ ਕਰਾਈ ਹੈ, ਜਿਸ ਦਾ ਇਹ ਮੁਲਾਂਕਣ ਕਰਨ ਜਾ ਰਹੇ ਹਾਂ ਉਹਦੀਆਂ ਰਿਪੋਰਟਸ ਤਿਆਰ ਕਰਵਾਉਣੀਆਂ ਸਬਜੈਕਟ ਦੇ ਹਿਸਾਬ ਨਾਲ। ਅਲੱਗ-ਅਲੱਗ ਤਰ੍ਹਾਂ ਦੇ ਫਿਰ ਐਗਜ਼ਾਮ ਲਏ ਜਾ ਸਕਦੇ, ਜਿਸ ਤਰ੍ਹਾਂ ਅਸੀਂ ਸਬਜੈਕਟਿਵ ਔਰ ਆਬਜੈਕਟਿਵ ਅਸੀਂ ਇਸ ਦਾ ਪਹਿਲਾਂ ਵੀ ਜ਼ਿਕਰ ਕਰ ਚੁੱਕੇ ਹਾਂ। ਜਿਸ ਤਰ੍ਹਾਂ ਕਿ ਐਸੇ ਟਾਈਪ ਕੁਐਸਚਨ ਹੋ ਗਏ, ਸ਼ਾਰਟ ਕੁਐਸਚਨ ਹੋ ਗਏ, ਆਬਜੈਕਟਿਵ ਵਿੱਚ ਮਲਟੀਪਲ ਚੋਇਸ ਕੁਐਸਚਨ ਆ ਜਾਂਦੇ ਹਨ। ਇਹ ਸਾਰਾ ਬਹੁਤ ਵਧੀਆ ਤਰੀਕਾ ਹੈ ਬੱਚਿਆਂ ਨੂੰ ਅਸੈਸਮੈਂਟ ਕਰਨ ਦਾ। ਉਸੇ ਤਰ੍ਹਾਂ ਕੰਬੀਨੇਸ਼ਨ ਆ ਗਿਆ, ਅਗਰ ਇਹਨਾਂ ਸਾਰੀਆਂ ਚੀਜ਼ਾਂ ਦਾ ਅਸੀਂ ਮਿਲਾਨ ਕਰ ਦਈਏ ਤਾਂ ਇਸ ਨੂੰ ਕੰਬਾਈਨ ਅਸੈਸਮੈਂਟ ਕਹਿ ਸਕਦੇ ਹਾਂ ਜਾਂ ਰਲਵਾਂ ਮੁਲਾਂਕਣ। ਇਸ ਤੋਂ ਬਾਅਦ ਅਸੀਂ ਅੱਗੇ ਦੇਖਦੇ ਹਾਂ ਪੋਰਟਫੋਲੀਓ ਅਸੈਸਮੈਂਟ, ਕਲੈਕਟ ਡਿਊਰਿੰਗ ਏ ਸਪੈਸੀਫਿਕ ਟਾਈਮ ਪੀਰੀਅਡ, ਇੰਟਰੈਕਟਿਵ ਕੰਪਿਊਟੇਟਿਵ ਬੋਰਡ। ਜੋ ਵੀ ਅਸੀਂ ਬੱਚਿਆਂ ਕੋਲ ਪੋਰਟਫੋਲੀਓ ਅਸੈਸਮੈਂਟ, ਜਿਸ ਦੇ ਵਿੱਚ ਚਾਰਟ ਮਾਡਲ ਵਗੈਰਾ ਜਾਂ ਕੁਛ ਵੀ ਆ, ਉਹ ਬੱਚਿਆਂ ਕੋਲ ਜੋ ਅਸੀਂ ਕਰਵਾ ਰਹੇ ਹਾਂ ਉਹ ਸਾਰਾ ਅਸੈਸਮੈਂਟ ਦੇ ਵਿੱਚ ਅਸੀਂ ਚੈੱਕ ਕਰਦੇ ਹਾਂ ਬੱਚਿਆਂ ਨੇ ਕਿੰਨੇ ਮਾਡਲ ਚਾਰਟ ਵਗੈਰਾ ਜੋ ਵੀ ਤਿਆਰ ਕਰਵਾਏ ਹਨ। ਇਸ ਤੋਂ ਬਾਅਦ ਆ ਗਿਆ ਓਬਜ਼ਰਵੇਸ਼ਨ ਦੇ ਅਸੀਂ ਦੇਖਦੇ ਹਾਂ ਕਿ ਇਸ ਦਾ ਮਤਲਬ ਹੈ ਕਿ ਨਿਰੀਖਣ ਕਰਨਾ। ਨਿਰੀਖਣ ਕਰਨ ਵਾਸਤੇ ਆਪਾਂ ਬੱਚਿਆਂ ਦਾ ਜੋ ਵੀ ਅਸੈਸਮੈਂਟ ਕੀਤੀ ਹੈ, ਜੋ ਵੀ ਨਿਰੀਖਣ ਕੀਤਾ ਹੈ ਬੱਚਿਆਂ ਦਾ, ਉਸ ਦੀ ਇੱਕ ਚੈੱਕ ਲਿਸਟ ਤਿਆਰ ਕਰਨੀ, ਰਿਕਾਰਡ ਤਿਆਰ ਕਰਨਾ, ਤਾਂ ਜੋ ਉਸ ਦਾ ਬੱਚਿਆਂ ਦਾ ਰਿਜ਼ਲਟ ਦਿੱਤਾ ਜਾਵੇ, ਬੱਚਿਆਂ ਦਾ ਮਾਰਕਸ ਦਿੱਤੇ ਜਾਣ, ਜੋ ਵੀ ਹੈ ਬੱਚਿਆਂ ਦੀ ਪੋਜੀਸ਼ਨ, ਬੱਚਾ ਕਿੱਥੇ ਸਟੈਂਡ ਕਰਦਾ ਹੈ, ਉਹ ਇੱਕ ਰਿਜ਼ਲਟ ਤਿਆਰ ਕੀਤਾ ਜਾਂਦਾ ਹੈ। ਉਸ ਨੂੰ ਅਸੀਂ ਨਿਰੀਖਣ ਓਬਜ਼ਰਵੇਸ਼ਨ ਦੇ ਅੰਦਰ ਕਰਕੇ ਚੈੱਕ ਲਿਸਟ ਅਤੇ ਰਿਕਾਰਡ ਤਿਆਰ ਕਰਦੇ ਹਾਂ। ਅਸੈਸਮੈਂਟ ਦਾ ਤੁਹਾਨੂੰ ਪਹਿਲਾਂ ਹੀ ਪਤਾ ਹੈ ਕਿ ਇੱਕ ਮੁਲਾਂਕਣ ਦੀ ਪ੍ਰਕਿਰਿਆ ਹੈ, ਜਿਸ ਦੇ ਨਾਲ ਬੱਚਿਆਂ ਦੇ ਕਨਸੈਪਟ ਕਲੀਅਰ ਹੁੰਦੇ ਹਨ। ਬੱਚਾ ਇੱਕ ਟੀਚਾ ਪ੍ਰਾਪਤ ਕਰਦਾ ਹੈ ਅਤੇ ਬੱਚੇ ਨੇ ਜੋ ਵੀ ਸਿੱਖਿਆ, ਜੋ ਵੀ ਕਲਾਸ ਦੇ ਵਿੱਚ ਬੱਚੇ ਨੂੰ ਪੜ੍ਹਾਇਆ ਜਾਂਦਾ ਹੈ, ਟੈਸਟਿੰਗ ਸ਼ਾਮਿਲ ਹੁੰਦੀ ਹੈ। ਉਸ ਨੂੰ ਅਸੀਂ ਜੋ ਵੀ ਉਸ ਦੇ ਪ੍ਰਤੀ ਟੈਸਟਿੰਗ ਲੈਂਦੇ ਹਾਂ, ਕਿਸੇ ਤਰੀਕੇ ਪ੍ਰੈਕਟੀਕਲ ਦੁਆਰਾ ਜਾਂ ਥਿਊਰੀ ਦੁਆਰਾ, ਜੋ ਵੀ ਹੈ ਉਹ ਇੱਕ ਅਸੈਸਮੈਂਟ ਹੈ। ਅਤੇ ਅਵੈਲੂਏਸ਼ਨ ਮੇਕਿੰਗ ਜੱਜਮੈਂਟ, ਅਸੀਂ ਬੱਚੇ ਦੀ ਅਵੈਲੂਏਟ ਕਰਦੇ ਹਾਂ, ਬੱਚਾ ਕਿੱਥੇ ਸਟੈਂਡ ਕਰ ਰਿਹਾ ਹੈ, ਜੋ ਵੀ ਬੱਚੇ ਨੇ ਸਿੱਖਿਆ ਹੈ ਉਸ ਨੂੰ ਰੀਪ੍ਰਜੈਂਟ ਕਿਸ ਤਰੀਕੇ ਨਾਲ ਬੱਚੇ ਨੇ ਕੀਤਾ ਹੈ। ਇਹ ਸਾਰਾ ਕੁਛ ਅਸੀਂ ਦੇਖਦੇ ਹਾਂ ਕਿ ਜੋ ਵੀ ਬੱਚਾ ਸਿੱਖ ਰਿਹਾ ਹੈ ਉਸ ਬੱਚੇ ਨੇ ਕਿਸ ਤਰੀਕੇ ਨਾਲ ਸਿੱਖਿਆ ਹੈ, ਉਸ ਦੇ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਆਰਗੇਨਾਈਜ਼ ਅਸੈਸਮੈਂਟ ਐਂਡ ਵੈਲਿਊਏਸ਼ਨ ਆਫ ਸਟੂਡੈਂਟ ਇਨ ਫਿਜ਼ੀਕਲ ਐਜੂਕੇਸ਼ਨ। ਅਸੀਂ ਪਿੱਛੇ ਸਭ ਕੁਝ ਪੜ੍ਹ ਲਿਆ ਹੈ ਕਿ ਅਸੈਸਮੈਂਟ ਦੇ ਤਰੀਕੇ ਕਿਹੜੇ ਹਨ, ਕਿਸ ਤਰੀਕਿਆਂ ਨਾਲ ਬੱਚਿਆਂ ਨੂੰ ਅਸੈਸ ਕੀਤਾ ਜਾ ਸਕਦਾ ਹੈ, ਕਿਸ ਤਰੀਕਿਆਂ ਨਾਲ ਬੱਚੇ ਨੂੰ ਅਸੀਂ ਮੁਲਾਂਕਣ ਕੀਤਾ ਕਿ ਬੱਚੇ ਜੋ ਵੀ ਸਿੱਖਿਆ ਉਸ ਕਿਸ ਤਰ੍ਹਾਂ ਰਿਪਰੈਜ਼ੈਂਟ ਕੀਤਾ। ਹੁਣ ਅਸੀਂ ਦੇਖਦੇ ਹਾਂ ਕਿ ਅਗਰ ਐਗਜ਼ਾਮਪਲ ਦੇ ਤੌਰ 'ਤੇ ਅਸੀਂ ਫਿਜ਼ੀਕਲ ਐਜੂਕੇਸ਼ਨ ਵਿੱਚ ਅਸੀਂ
ਮਤਲਬ ਸਟੂਡੈਂਟਸ ਨੂੰ ਕਿਸ ਤਰ੍ਹਾਂ ਅਸੈਸ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਅਸੀਂ ਦੇਖਦੇ ਹਾਂ ਕਿ ਜੋ ਬੱਚੇ ਨੇ ਸਿੱਖਿਆ ਉਹ ਸਿੰਪਲ ਗੇਮਸ ਦੇ ਵਿੱਚ ਅਸੀਂ ਬੱਚਿਆਂ ਨੂੰ ਖੇਡਾਂ ਕਰਵਾਉਂਦੇ ਹਾਂ ਅਕੋਰਡਿੰਗ ਟੂ ਏਜ ਗਰੁੱਪ ਬੱਚਿਆਂ ਨੂੰ ਛੋਟੀਆਂ ਗੇਮਾਂ ਅਗਰ ਛੋਟੀਆਂ ਕਲਾਸਾਂ ਦੇ ਹਨ ਜਿਸ ਤਰ੍ਹਾਂ ਪ੍ਰੀ ਪ੍ਰਾਇਮਰੀ ਦੇ ਬੱਚੇ ਹਨ ਤਾਂ ਉਸ ਨੂੰ ਅਸੀਂ ਹਲਕੀਆਂ ਫੁਲਕੀਆਂ ਸਿੰਪਲ ਗੇਮਸ ਜੋ ਕਿ ਬੱਚਿਆਂ ਦੇ ਹਿਸਾਬ ਨਾਲ ਏਜ ਦੇ ਹਿਸਾਬ ਨਾਲ ਪ੍ਰੋਪਸ ਯੂਜ਼ ਕਰਦੇ ਹਾਂ। ਇੱਕ ਸਿੰਪਲ ਰੇਸਿਸ ਲਗਾ ਸਕਦੇ ਹਾਂ, ਕੈਚਿੰਗ ਵਾਲੀਆਂ ਥਰੋਇੰਗ ਵਾਲੀਆਂ ਗੇਮਸ ਕਰਵਾ ਸਕਦੇ ਹਨ। ਤਾਂ ਇਸ ਦਾ ਬੱਚੇ ਦਾ ਅਸੀਂ ਜੋ ਵੀ ਹੈ ਬੱਚੇ ਦੀ ਮਤਲਬ ਸਪੀਡ ਵਗੈਰਾ ਜਾਂ ਬੱਚੇ ਦਾ ਐਕਸ਼ਨ ਬੈਲੈਂਸ ਕੋਆਰਡੀਨੇਸ਼ਨ ਵਗੈਰਾ ਅਸੀਂ ਦੇਖਦੇ ਹਾਂ, ਉਹ ਸਾਰਾ ਅਸੀਂ ਸਿੰਪਲ ਗੇਮਸ ਵਿੱਚ ਕਰਵਾਉਂਦੇ ਹਾਂ। ਐਡਵੈਂਚਰ ਗੇਮਸ ਕਰਵਾਉਣੀਆਂ ਚਾਹੀਦੀਆਂ ਹਨ ਜਿਸ ਦੇ ਵਿੱਚ ਬੱਚੇ ਦਾ ਇੰਟਰਸਟ ਵੱਧਦਾ ਹੈ, ਬੱਚਾ ਇੰਟਰਸਟ ਤਰੀਕੇ ਨਾਲ ਕਰਦਾ ਹੈ ਤਾਂ ਉਸ ਦੇ ਵਿੱਚ ਅਸੀਂ ਅਸੈਸ ਕਰਦੇ ਹਾਂ ਕਿ ਬੱਚਾ ਉਹ ਗੇਮ ਵਿੱਚ ਕਿੰਨਾ ਕੁ ਹੀ। ਇਸ ਤੋਂ ਬਾਅਦ ਅਸੀਂ ਦੇਖਦੇ ਹਾਂ ਬੱਚਿਆਂ ਨੂੰ ਡਾਇਨਾਮਿਕ ਡਰਿਲ ਕਰਾਈ ਜਾ ਸਕਦੀ ਹੈ ਜਿਹਦੇ ਵਿੱਚ ਕਿ ਆਪਾਂ ਬੱਚਿਆਂ ਕੋਲ ਅਲੱਗ-ਅਲੱਗ ਤਰ੍ਹਾਂ ਦੀਆਂ ਡਰਿਲਸ ਕਰਵਾ ਸਕਦੇ ਹਾਂ ਜਿਸ ਤਰ੍ਹਾਂ ਕਿ ਮਾਸ ਡਰਿਲ ਹੋ ਗਿਆ, ਮਾਸ ਪੀਟੀ ਵਗੈਰਾ ਹੋ ਗਈ। ਤਾਂ ਇਸ ਤੋਂ ਬਾਅਦ ਜਿਹਦੇ ਵਿੱਚ ਬੱਚਿਆਂ ਦੀ ਐਨਰਜੀ ਜ਼ਿਆਦਾ ਲੱਗਦੀ ਹੈ ਇਹ ਜ਼ਿਆਦਾਤਰ ਅਸੀਂ ਮਤਲਬ ਵੱਡੀ ਏਜ ਦੇ ਬੱਚਿਆਂ ਨੂੰ ਕਰਵਾ ਸਕਦੇ ਹਾਂ। ਇਸ ਤੋਂ ਬਾਅਦ ਵਾਰਮ ਅਪ ਐਂਡ ਕੂਲ ਡਾਊਨ, ਖੇਡਣ ਤੋਂ ਪਹਿਲਾਂ ਕਿਸ ਤਰ੍ਹਾਂ ਵਾਰਮ ਅਪ ਕਰਨਾ ਚਾਹੀਦਾ ਹੈ, ਕਿਸ ਤਰ੍ਹਾਂ ਕੂਲ ਡਾਊਨ ਕਰਨਾ ਚਾਹੀਦਾ ਹੈ। ਇਹਦੇ ਵਿੱਚ ਅਸੀਂ ਸਾਰੀਆਂ ਐਕਟੀਵਿਟੀਆਂ ਜਾਂ ਐਕਸਰਸਾਈਜ਼ ਦੱਸੀਆਂ ਜਾਂਦੀਆਂ ਹਨ। ਉਸ ਤੋਂ ਬਾਅਦ ਐਕਸ਼ਨ ਬੈਲੈਂਸ ਅਤੇ ਕੋਆਰਡੀਨੇਸ਼ਨ ਵਾਲੀਆਂ ਐਕਟੀਵਿਟੀਜ਼ ਹਨ ਜੋ ਕਿ ਬੱਚਿਆਂ ਨੂੰ ਕਰਵਾਈਆਂ ਜਾ ਸਕਦੀਆਂ ਹਨ। ਇਸ ਤੋਂ ਅੱਗੇ ਦੇ ਸਕਦੇ ਹਾਂ ਅਸੀਂ ਡੈਮੋਸਟ੍ਰੇਸ਼ਨ ਦਾ ਨੌਲੇਜ ਆਫ ਆਰਗੇਨਾਈਜ਼ਿੰਗ ਵਿਦ ਪੇਰੈਂਟਸ। ਜੋ ਵੀ ਅਸੀਂ ਬੱਚਿਆਂ ਨੂੰ ਸਿਖਾਇਆ ਤਾਂ ਉਸ ਦਾ ਅਸੀਂ ਰਿਜ਼ਲਟ ਜੋ ਵੀ ਆ ਅਸੀਂ ਬੱਚਿਆਂ ਤੱਕ ਪੇਰੈਂਟਸ ਤੱਕ ਰੀਚ ਕਰਦੇ ਹਾਂ, ਪਹੁੰਚਦੇ ਹਾਂ ਕਿ ਤੁਹਾਡੇ ਬੱਚੇ ਕਿੱਥੇ ਸਟੈਂਡ ਕਰਦੇ ਪਏ ਹਨ ਅਤੇ ਉਹ ਸਾਰਾ ਕੁਛ ਅਸੀਂ ਬੱਚਿਆਂ ਨੂੰ ਮਤਲਬ ਬੱਚਿਆਂ ਕੋਲ ਅਸੈਸ ਕਰਵਾਇਆ ਜਾਂਦਾ ਹੈ। ਤਾਂ ਉਸ ਤੋਂ ਬਾਅਦ ਪੇਰੈਂਟਸ ਨੂੰ ਰਿਪੋਰਟ ਦਿੱਤੀ ਜਾਂਦੀ ਹੈ ਅਤੇ ਪੇਰੈਂਟਸ ਨੂੰ ਇਸ ਬਾਰੇ ਦੱਸਿਆ ਜਾਂਦਾ ਹੈ ਤੁਹਾਡੇ ਬੱਚੇ ਦਾ ਕੀ ਰਿਜ਼ਲਟ ਹੈ ਅਤੇ ਬੱਚਾ ਕਿਹੜੀਆਂ ਕਮੀਆਂ ਹਨ, ਕਿੱਥੇ ਬੱਚੇ ਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੈ ਤਾਂ ਬੱਚੇ ਉਸ ਦੇ ਬਾਰੇ ਦੱਸਿਆ ਜਾਂਦਾ ਹੈ। ਉਸਦੀ ਪਰਫੋਰਮੈਂਸ ਦੱਸੀ, ਉਸਦੀ ਰਿਪੋਰਟ ਡਿਸਪਲੇ ਕੀਤੀ ਜਾਂਦੀ ਹੈ। ਕਲਾਸ ਦੇ ਵਿੱਚ ਕੀ ਰਿਪੋਰਟਸ ਹਨ, ਬੱਚੇ ਦੀ ਕੀ ਪਰਫੋਰਮੈਂਸ ਹੈ, ਇਹ ਸਾਰਾ ਉਸਦੀ ਜੋ ਵੀ ਉਸਦਾ ਮੁਲਾਂਕਣ ਹੈ ਐਵੈਲੂਏਟ ਕੀਤਾ ਗਿਆ ਹੈ ਤਾਂ ਉਸਦੀ ਐਕਸਪਲੇਨੇਸ਼ਨ ਦਿੱਤੀ ਜਾਂਦੀ ਹੈ ਤਾਂ ਜੋ ਪੇਰੈਂਟਸ ਨੂੰ ਚੰਗੀ ਤਰ੍ਹਾਂ ਪਤਾ ਲੱਗ ਸਕੇ ਕਿ ਸਾਡਾ ਬੱਚਾ ਕਿੱਥੇ ਸਟੈਂਡ ਕਰਦਾ ਪਿਆ ਹੈ, ਉਸਦੀ ਸਕੂਲ ਦੇ ਵਿੱਚ ਕੀ ਪਰਫੋਰਮੈਂਸ ਹੈ, ਜੋ ਵੀ ਅਸੈਸਮੈਂਟ ਹੋਈ ਹੈ ਉਹ ਬੱਚਾ ਉੱਥੇ ਕਿਸ 'ਤੇ ਸਟੈਂਡ ਕਰ ਸਕਦਾ ਹੈ। ਅਖੀਰ 'ਤੇ ਅਸੀਂ ਕਹਿ ਸਕਦੇ ਹਾਂ ਕਿ ਅਸੈਸਮੈਂਟ ਜਾਂ ਮੁਲਾਂਕਣ ਇੱਕ ਬਹੁਤ ਵਧੀਆ ਤਰੀਕਾ ਹੈ। ਜੋ ਵੀ ਬੱਚੇ ਨੂੰ ਸਿਖਾਇਆ ਗਿਆ ਹੈ ਅਖੀਰ 'ਤੇ ਉਸ ਬੱਚੇ ਨੂੰ ਉਸ ਦੇ ਬਾਰੇ ਪੁੱਛਿਆ ਜਾਂਦਾ ਹੈ ਤਾਂ ਜੋ ਵੀ ਬੱਚੇ ਦਾ ਉਸਦਾ ਰਿਜ਼ਲਟ ਆਉਂਦਾ ਹੈ ਕਿ ਬੱਚਾ ਮਤਲਬ ਜੋ ਵੀ ਬੱਚੇ ਨੇ ਸਿੱਖਿਆ ਹੈ ਉਹ ਇੱਕ ਵਧੀਆ ਤਰੀਕਾ ਹੈ ਬੱਚੇ ਨੂੰ ਅਸੈਸ ਕਰਨ ਦਾ। ਸੋ ਸਾਨੂੰ ਇਸ ਲਈ ਸਟੂਡੈਂਟ ਦੀ ਅਸੈਸਮੈਂਟ ਕਰਨੀ ਬਹੁਤ ਜ਼ਰੂਰੀ ਹੈ ਜੋ ਕਿ ਇੱਕ ਵਧੀਆ ਤਰੀਕਾ ਹੈ, ਪ੍ਰਭਾਵੀ ਤਰੀਕਾ ਹੈ ਕੰਮ ਕਰਨ ਦਾ। ਧੰਨਵਾਦ।